ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ ਸ਼ਲੋਕ ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਦੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਜਿਸ ਨੇ ਸਾਡੇ ਕਲਯੁਗ ਜੀਵਾਂ ਦੀ ਕਲਿਆਣ ਕਰਨ ਵਾਸਤੇ ਵਿਸ਼ੇਸ਼ ਤੌਰ 'ਤੇ ਨਿਰਗੁਣ ਤੋਂ ਸਰਗੁਣ ਸਰੂਪ ਗੁਰੂ ਨਾਨਕ ਰੂਪ ਧਾਰਿਆ, ਜਿਨ੍ਹਾਂ ਦੀਆਂ ਜੋਤਾਂ ਦਸਾਂ ਸਰੂਪਾਂ ਅੰਦਰ ਆਪ ਜੀ ਨੇ ਵਿਦਮਾਨ ਕੀਤੀਆਂ ਹਨ। ਉਹ ਤੀਸਰੀ ਜੋਤ ਗੁਰੂ ਅਮਰਦਾਸ ਹਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਹਨ, ਜਿਨ੍ਹਾਂ ਦਾ ਸੰਗਤਾਂ ਪਿਆਰ ਅਤੇ ਸ਼ਰਧਾ ਨਾਲ ਗੁਰਪੁਰਬ ਮਨਾ ਰਹੀਆਂ ਹਨ। ਭਾਈ ਗੁਰਦਾਸ ਜੀ ਲਿਖਦੇ ਹਨ, ਬਲਿਹਾਰੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ। ਗੁਰੂ ਕਾ ਪੂਰਬਲਾ ਦਿਨ ਪਿਛਲਾ ਦਿਨ ਅਤੇ ਪੁਰਬ ਹੁੰਦਾ ਖੁਸ਼ੀ ਦਾ ਦਿਹਾੜਾ। ਚੰਗਾ ਪੁਰਬ ਲੱਗਾ ਹੋਵੇ ਅਤੇ ਖੁਸ਼ੀ ਦਾ ਦਿਹਾੜਾ ਸੰਗਤਾਂ ਮਨਾਉਂਦੀਆਂ ਨੇ। ਗੁਰੂ ਕੇ ਇਤਿਹਾਸ ਤੋਂ ਵਾਕਫ ਹੋਣ ਵਾਸਤੇ ਗੁਰੂ ਕੀਆਂ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ, ਇਹਨਾਂ ਪੰਕਤੀਆਂ ਨੂੰ ਪ੍ਰਾਪਤ ਹੋਣ ਵਾਸਤੇ ਸਫ਼ਰ ਕਰਨ ਵਾਸਤੇ ਆਪਾਂ ਗੁਰੂ ਕੇ ਪੁੱਤਰ ਸੁਪੁੱਤਰ ਕਹਾਉਂਦੇ ਹਾਂ। ਜੇ ਦਿਨ ਦਿਹਾੜ ਇਤਿਹਾਸ ਵਿਚਾਰ ਨਾ ਕਰਾਂਗੇ ਤੇ ਭੁੱਲਦਿਆਂ ਫਿਰ ਜੀਵ ਭੁੱਲ ਜਾਂਦਾ ਹੈ, ਪਿੱਛੇ ਪੈ ਜਾਂਦਾ ਹੈ। ਸੋ ਗੁਰੂ ਸਾਹਿਬਾਂ ਦੀ ਪਵਿੱਤਰ ਬਾਣੀ ਅਤੇ ਪਰਮੇਸ਼ਰ ਦਾ ਨਾਮ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਬਾਕੀ ਕਹਾਣੀਆਂ ਬਾਣੀਆਂ ਪੁਰਾਣੀਆਂ ਹੋ ਸਕਦੀਆਂ ਹੈ, ਉਹ ਗੁਰੂ ਕੀ ਧੁਰ ਕੀ ਬਾਣੀ, ਕਾਲੀ ਬਾਣੀ, ਦਰਗਾਹੀ ਬਾਣੀ, ਸੱਚ ਕੀ ਬਾਣੀ, ਮਹਾਂਪੁਰ ਕੀ ਬਾਣੀ, ਜਿਨ੍ਹਾਂ ਦਾ ਪਾਠ ਸੰਗਤਾਂ ਨੇ ਮਿਲ ਕੇ ਕੀਤਾ। ਉੱਥੇ ਭੋਗ ਦੇ ਸ਼ਲੋਕ ਆਪ ਜੀ ਨੇ ਸਰਵ ਕੀਤੇ ਹਨ ਅਤੇ ਆਨੰਦ ਮਾਣਿਆ ਹੈ। ਪ੍ਰੰਤ ਆਪ ਜੀ ਕੀਰਤਨ ਸੁਣ ਕੇ ਕੁਝ ਸ਼ਬਦਾਂ ਦਾ ਸਮੇਂ ਨੂੰ ਸਫਲਾ ਬਣਾਇਆ, ਅਰਦਾਸ ਵਿੱਚ ਹਾਜ਼ਰੀ ਲਵਾਈ ਹੈ ਕਿ ਗੁਰੂ ਕਾ ਮੁਖ ਵਾਕ ਸੁਣ ਤੂੰ ਪ੍ਰੰਤ ਹੁਣ। ਸਮਾਂ ਭਾਵੇਂ ਬਹੁਤਾ ਹੋ ਗਿਆ ਅਤੇ ਬਹੁਤਾ ਸਮਾਂ ਵੀ ਨਹੀਂ, ਥੋੜ੍ਹੇ ਨੂੰ ਬਹੁਤਾ ਸਮਝ ਲਿਓ। ਸਤਿਗੁਰ ਕਿਰਪਾ ਕਰਕੇ ਸੇਵਾ ਲੈ ਲੈਣ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੀਜੀ ਜੋਤ ਹਨ, ਜਿਨ੍ਹਾਂ ਦੇ ਮਤਲਕ ਪੰਕਤੀਆਂ ਹਨ। ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਕਰ ਆਈ, ਗੁਰ ਬੈਠਾ ਅੰਮ੍ਰਿਤ ਸਰੂਪ ਹੋਏ। ਗੁਰਮੁਖ ਪਾਈ ਦਾਤ ਅਲਾਹੀ ਅਣਮੁੱਲੀ ਦਾਤ, ਜਿਹਦਾ ਕੋਈ ਮੁੱਲ ਨਹੀਂ, ਉਸ ਨੂੰ ਪ੍ਰਾਪਤ ਹੋਏ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਅੱਜ ਦੇ ਦਿਨ ਪ੍ਰਗਟ ਹੋਏ, ਅਵਤਾਰ ਧਾਰਿਆ। ਸਰਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਸੰਬੰਧ ਵਿੱਚ ਪੰਕਤੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਵੀ ਲਿਖੀਆਂ ਨੇ। ਨਾਨਕ ਅੰਗਤ ਕੋ ਬਪ ਧਰਾ, ਕਰਮ ਧਰਮ ਜਗਮੋਂ ਕਾ ਕਰਾ। ਅਮਰਦਾਸ ਪ੍ਰਣਾਮ ਕਹਾਇਓ, ਜਨ ਦੀਪਕ ਤੇ ਦੀਪ ਜਗਾਇਓ। ਜਬ ਵਰਦਾਨ ਸਮੇਂ ਆਵਾ, ਰਾਮਦਾਸ ਤਬ ਗੁਰੂ ਕਹਾਵਾ। ਤਿਨ ਵਰਦਾਨ ਪੁਰਾਤਨ ਦੀਆ, ਅਮਰਦਾਸ ਸੁਰਪੁਰ ਮਗਲੀਆ। ਇਸ ਪ੍ਰਕਾਰ ਪੰਕਤੀਆਂ ਨੇ। ਸ੍ਰੀ ਨਾਨਕ ਅੰਗਤ ਕੋ ਬਪ ਧਰਾ, ਸਰੀਰ ਵਪ ਸਰੀਰ ਨੂੰ ਕਹਿੰਦੇ ਹੈ। ਗੁਰੂ ਨਾਨਕ ਨੇ ਦੂਜਾ ਸਰੂਪ ਦੂਜਾ ਸਰੀਰ ਔਰੰਗਜ਼ੇਬ ਸਾਹਿਬ ਸਰੂਪ ਧਾਰਿਆ ਅਤੇ ਉਹਨਾਂ ਨੇ ਮਹਾਰਾਜ ਸਾਹਿਬ ਜੀ ਨੇ ਆਪਣੀ ਜੋਤ ਤੀਜੇ ਸਰੂਪ ਗੁਰੂ ਅਮਰਦਾਸ ਵਿੱਚ ਰੱਖੀ। ਜਦੋਂ ਪਿਛਲਾ ਦਿੱਤਾ ਹੋਇਆ ਸਮੇਂ ਦਾ ਵਾਰ ਸੀ, ਉਹ ਸਮਾਂ ਆਇਆ। ਉਸ ਵਾਰ 'ਤੇ ਸਮੇਂ ਨੂੰ ਮੱਦੇ ਰੱਖਦਿਆਂ ਹੋਇਆਂ ਜੇ ਦੀਵੇ ਤੋਂ ਦੂਸਰਾ ਦੀਵਾ ਜਗਾ ਦਿੱਤਾ ਜਾਂਦਾ ਹੈ। ਧਰਮ ਦੇ ਕਰਮ ਚਲਾਉਣ ਵਾਸਤੇ ਮਹਾਰਾਜ ਸਾਹਿਬ ਬਾਰੀ ਬਾਰੀ ਜੋਤ 오ਹਾ ਜੁਗ ਸਾਏ ਸਹਿ ਕਾਇਆ ਫੇਰ ਪਲਟੀਏ। ਕੇਵਲ ਸਰੀਰ ਬਦਲਦੇ ਰਹੇ ਨੇ, ਜੋਤ ਉਹੀ ਹੈ ਹੁਣ ਤੱਕ। ਮਹਾਰਾਜ ਸਾਹਿਬ ਚੌਥੇ ਪਾਤਸ਼ਾਹ ਸੋਢੀ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਪੁਰਾਤਨ ਵਾਰਸੀ ਆਪ ਜੀ ਗੁਰੂ ਬਣੇ। ਸ੍ਰੀ ਨਾਨਕ ਅੰਗਤ ਕਰ ਮਾਨਾ, ਅਮਰਦਾਸ ਅੰਗਤ ਪਹਿਚਾਨਾ। ਅਮਰਦਾਸ ਰਾਮਦਾਸ ਕਹਾਏ,
साधन लखा मूढ़ न पायो। भिन भिन सबहु कर जाना, एक जोत किन्हु पहचाना। जिन जाना तिन ही सिद्ध पाई, बिन समझे सिद्ध हाथ न आई। ये भी पंक्तियां गुरु गोबिंद सिंह जी ਦੀਆਂ ਪਹਿਲੀਆਂ पंक्तियां भी गुरु गोबिंद सिंह महाराज साहब जी ਦੀਆਂ दसम ग्रंथ बचित्र नाटक ਵਿੱਚ ਆਪ ਜੀ ਨੇ ਕਥਨ ਕੀਤੀਆਂ ਹਨ। ਤੇ ਪਹਿਲੀਆਂ ਪੰਕਤੀਆਂ ਆਪ ਜੀ ਨੇ ਭਾਈ ਗੁਰਦਾਸ ਜੀ ਦੀਆਂ ਸਰਵਣ ਕੀਤੀਆਂ ਨੇ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਗੁਰੂ ਨਾਨਕ ਪਾਤਸ਼ਾਹ 1526 ਵਿਕਰਮੀ ਕੱਤਕ ਦੇ ਪੁੰਨਿਆਂ ਨੂੰ ਆਪ ਜੀ ਦਾ ਅਵਤਾਰ ਹੋਇਆ ਸੀ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ 1526 ਵਿਕਰਮੀ ਹੈ, ਔਰ ਵਿਸਾਖ ਸੁਦੀ 14 ਨੂੰ ਆਪ ਜੀ ਦਾ ਅਵਤਾਰ ਹੋਇਆ। ਬਾਸਰ ਕੇ ਨਗਰ ਹੈ, ਗਿੱਲਵਾਲੀ ਵੀ ਕਿਸ ਨੂੰ ਕਹਿੰਦੇ। ਅੱਜ ਕੱਲ੍ਹ ਸੰਨ ਸਾਹਿਬ ਗੁਰਦੁਆਰਾ ਪ੍ਰਚਲਿਤ ਹੈ। ਪਿਤਾ ਦਾ ਨਾਮ ਤੇਜਭਾਨ ਹੈ, ਮਾਤਾ ਦਾ ਨਾਮ ਲక్ష్ਮੀ ਤਥਾ ਰੂਪ ਕੌਰ ਵੀ ਜਿਸ ਨੂੰ ਕਹਿੰਦੇ ਹਨ। ਜਿਨ੍ਹਾਂ ਦੇ ਘਰ ਵਿੱਚ ਸਭ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਅਵਤਾਰ ਪ੍ਰਗਟ ਹੋਏ। 4 ਭਾਈ ਸਨ ਆਪ ਜੀ। ਛੋਟੇ ਦਾ ਨਾਮ ਹੈ ਈਸਰ ਦਾਸ, ਜਿਨ੍ਹਾਂ ਦੇ ਪੁੱਤਰ ਹਨ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਵੇਦ ਵਿਆਸ ਹੋਣ ਦਾ ਮਾਣ ਪ੍ਰਾਪਤ ਹੋਇਆ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮਾਮੇ ਲੱਗਦੇ ਸਨ। ਸਾਰਾ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਕਲਮ ਤੋਂ ਆਪ ਜੀ ਨੇ ਲਿਖਵਾਉਣਾ ਕੀਤਾ। ਰਾਮਸਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਇਹ ਨਾਮ ਦਾ ਜਹਾਜ਼ ਹੈ, ਬਾਣੀ ਦਾ ਜਹਾਜ਼ ਹੈ, ਜਿਸ ਵਿੱਚ ਚਾਰੇ ਵੇਦ, ਛੇ ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 4 ਕਿਤਾਬਾਂ, ਸਮੂਹ ਮਹਾਤਮਾ ਜੋ ਸਰਯੁਗ ਤੋਂ ਲੈ ਕੇ ਹੋਏ ਨੇ, ਸਭ ਸ਼ਕਤੀਆਂ ਦਾ ਹਵਾਲਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਵਿੱਚ ਲਿਖਿਆ ਹੋਇਆ ਹੈ। ਇਸ ਪ੍ਰਕਾਰ ਇਹ ਸਰੂਪ ਲਿਖਵਾਉਣਾ ਕੀਤਾ ਭਾਈ ਗੁਰਦਾਸ ਜੀ ਆਪਣੇ ਤਾਇਆ ਜੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਪਾਸੋਂ ਦੀਖਿਆ ਲੈ ਕੇ ਮੂਲ ਮੰਤਰ ਗੁਰਮੰਤਰ ਦੀ ਪ੍ਰਾਪਤੀ ਕੀਤੀ। ਆਪਣੇ ਤਾਇਆ ਜੀ ਗੁਰੂ ਅਮਰਦਾਸ ਜੀ ਪਾਸੋਂ ਅੱਖਰਾਂ ਦੀ ਪ੍ਰਾਪਤੀ ਕੀਤੀ। ਉਸ ਤੋਂ ਛੋਟੇ ਸਨ ਮਾਨਕ ਚੰਦ, ਜਿਨ੍ਹਾਂ ਦਾ ਪੁੱਤਰ ਜੱਸੂ ਨਾਮੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਘਰੇ, ਜਿਸ ਦਾ ਵਿਵਾਹ ਸ਼ਾਦੀ ਹੋਈ ਸੀ ਬੀਬੀ ਅਮਰੋ ਜੀ ਦੇ ਨਾਲ। ਇਸ ਪ੍ਰਕਾਰ ਬੜਾ ਗੂੜਾ ਨਾਤਾ ਹੈ ਗੁਰੂ ਘਰ ਨਾਲ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਉਸ ਤੋਂ ਛੋਟੇ ਜੋ ਖੇਮ ਰਾਏ ਸਨ, ਭਾਵ ਛੋਟੇ ਸਨ ਖੇਮ ਰਾਏ ਜੀ, ਜਿਨ੍ਹਾਂ ਦਾ ਪੁੱਤਰ ਸਾਮਣ ਮੱਲ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਗੋਇੰਦਵਾਲ ਸਾਹਿਬ ਵਸਾਇਆ ਹੈ। ਉਹਨਾਂ ਸਮਿਆਂ ਦੇ ਰਿਵਾਜ਼ ਅਨੁਸਾਰ ਲੱਕੜਾਂ ਦੀ ਲੋੜ ਸੀ। ਕਾਂਗੜੇ ਦੇ ਹਰੀਪੁਰ ਵੱਲ ਨੂੰ ਭੇਜਿਆ ਹੈ। ਉਹ ਜਾਣ ਤੋਂ ਕੁਝ ਸੰਕੋਚ ਕਰਦਾ ਹੈ। ਪਹਾੜਾਂ ਵਿੱਚ ਜਾਦੂ ਟੂਣੇ ਬੜੇ ਹੁੰਦੇ ਹੈ, ਉੱਥੇ ਕਿਵੇਂ ਜਾਵਾਂਗੇ, ਕਿਵੇਂ ਭਵ ਜਿਉਂਦੇ ਰਹਿ ਸਕਾਂਗੇ। ਮਹਾਰਾਜ ਸਾਹਿਬ ਹੱਥ ਦਾ ਰੁਮਾਲ ਦਿੱਤਾ, ਇਹਦੇ ਵਿੱਚ ਸਾਰੀਆਂ ਸ਼ਕਤੀਆਂ ਨੇ, ਪਰ ਗੁਰੂ ਘਰ ਦੇ ਆਸ਼ੇ ਦੇ ਉਲਟ ਨਹੀਂ ਚੱਲਣਾ, ਤੂੰ ਮੁਰਦੇ ਵੀ ਜਿਉਂਦੇ ਕਰ ਲਵੇਂਗਾ। ਇਸ ਪ੍ਰਕਾਰ ਭੇਜਿਆ ਸੀ। ਇਹ ਪੁਰਾਤਨ ਰਿਵਾਜ ਜੋ ਹਿੰਦੂ ਮਤ ਵਿੱਚ ਚੱਲਦਾ ਹੈ। ਇਕਾਦਸ਼ੀ ਦਾ ਵਰਤ ਰੱਖਦੇ ਨੇ, ਅਤੇ ਇਕਾਦਸ਼ੀਆਂ ਮਹੀਨੇ 'ਚ 2 ਆ ਜਾਂਦੀਆਂ, ਫਿਰ ਸਾਲ ਵਿੱਚ 24 ਹੋ ਗਈਆਂ। ਹੋਰ ਭਾਵ ਗਣੇਸ਼ ਚੌਥ ਦਾ, ਸ਼ਿਵਰਾਤਰੀ ਦਾ, ਅਸ਼ਟਮੀ ਦਾ, ਨੌਮੀ ਦਾ, ਇਹੋ ਜਿਹੇ ਵਰਤ ਮਿਲ ਕੇ 30 ਬਣਦੇ ਨੇ। ਜੇ ਭਾਵ ਉਹ ਜਨੇਊ ਗਲ ਵਿੱਚ ਰਾਜਾ ਪਾਇਆ ਕਰਦਾ, ਹਰੀਪੁਰ ਦਾ ਵਰਤ ਰੱਖਿਆ ਕਰਦਾ, ਪਰ ਗੁਰੂ ਮਤ ਵਿੱਚ ਗੁਰੂ ਘਰ ਵਿੱਚ ਵਰਤ ਕਰੇ ਚੰਦਰਾਇਣਾ ਸਿੱਖਤੇ ਨ ਲੇਖਨ, ਵੇਦ ਪੜ੍ਹੇ ਸੰਪੂਰਨਾ ਤਤ ਸਾਰ ਨ ਪੇਖਨ, ਤਿਲਕ ਕੱਢੇ ਇਸ਼ਨਾਨ ਕਰ ਅੰਦਰ ਕਾ ਲੇਖਨ, ਭੇਖੀ ਪ੍ਰਭੂ ਨ ਲੱਭੇ ਮਨ ਸੱਚੀ ਸਿੱਖਾਂ। ਇਸ ਪ੍ਰਕਾਰ ਹਰਿ ਕਾ ਸਿਮਰ ਛੱਡ ਕੇ ਆਹੋਈ ਰਾਖੇ ਨਾਰ, ਗਦ ਹੀ ਹੋਏ ਕੇ ਉਤਰੇ ਭਾਰ ਸਹਿ ਮਨ ਸਾਚਾਰ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਇਸ ਨੂੰ ਪੜ੍ਹ ਕੇ ਵੀ ਸੁਣ ਕੇ ਵੀ ਸਾਡੀਆਂ ਬੱਚੀਆਂ ਬੀਬੀਆਂ ਵਰਤ ਰੱਖਣ, ਅਤੇ ਕੀ ਜੋ ਬਚਨ ਨੇ ਗਧੀਆਂ ਬਣਨਾ ਪਊ। ਕੋਈ ਇਹਦੀ ਲੋੜ ਨਹੀਂ। ਖੁਸ਼ੀ ਦਾ ਦਿਹਾੜਾ ਆਵੇ ਅਤੇ ਭੁੱਖੇ ਰਹਿਣ ਦੀ ਲੋੜ ਨਹੀਂ। ਅਤੇ ਭੁੱਖੇ ਰਹਿਣ ਤੋਂ ਪਹਿਲਾਂ ਸਵੇਰੇ ਵੀ ਜ਼ਿਆਦਾ ਛਕਣਾ, ਦਿਨੇ ਕੁਛ ਨਹੀਂ ਛਕਣਾ, ਅਤੇ ਰਾਤ ਨੂੰ ਹੋਰ ਜ਼ਿਆਦਾ ਛਕਣਾ। ਇਹ ਕਿੱਧਰ ਦੀ ਸਿਆਣਪ ਹੈ। ਉਸ ਮੌਕਾ ਗੁਰੂ ਕੇ ਸਿੱਖ ਸਾਮਣ ਮੱਲ ਨੇ ਆਪਣੇ ਸਾਥੀਆਂ ਸਮੇਤ ਲੰਗਰ ਤਿਆਰ ਕੀਤਾ। ਧੂਆਂ ਆਦਿਕ ਨਿਕਲਣਾ ਸੀ, ਪਦਾਰਥ ਆਦਿਕ ਬਣਾਏ ਨੇ, ਛਕੇ ਨੇ, ਛਕਾਏ ਨੇ। ਰਾਜੇ ਨੂੰ ਸ਼ਿਕਾਇਤ ਹੋ ਗਈ ਜੇ ਕੋਈ ਨਵੇਂ ਇਹ ਸਾਧੂ ਆਏ ਨੇ, ਵਪਾਰੀ ਆਏ ਨੇ, ਉਹਨਾਂ ਤੁਹਾਡਾ ਵਚਨ ਨਹੀਂ ਮੰਨਿਆ। ਹੁਕਮ ਜਾਰੀ ਹੋਇਆ ਅਤੇ ਉਸ ਮੌਕਾ
ਸੋ ਆਪ ਜੀ ਨੂੰ ਸਾਵਣ ਵੱਲ ਨੂੰ ਸਾਥੀਆਂ ਸਮੇਤ ਕੈਦ ਕਰ ਲਿਆ। ਤੇ ਰਾਜੇ ਦੇ ਪੁੱਤਰ ਨੇ ਸਵੇਰੇ ਜ਼ਿਆਦਾ ਛਕਿਆ ਸੀ, ਸਾਰਾ ਦਿਨ ਕੁਛ ਨਾ ਛਕਿਆ, ਸ਼ਾਮ ਨੂੰ ਹੋਰ ਜ਼ਿਆਦਾ ਛਕ ਲਿਆ। ਬਦ ਹਜਮੀ ਹੋ ਕੇ ਤੇ ਪੀੜ ਹੋ ਕੇ ਉਸੇ ਰਾਤ ਸਰੀਰ ਛੱਡ ਗਿਆ, ਮਰ ਗਿਆ। ਇੱਕ ਹੋਰ ਜੋਤਸ਼ੀ ਵਿਦਵਾਨ ਬ੍ਰਾਹਮਣ ਮਤ ਵਿੱਚੋਂ ਜੀਵਨ ਵਾਲੇ ਚੰਗੇ ਪੁਰਖ ਹਰ ਮਤ ਵਿੱਚ ਵੀ ਹੋਏ ਨੇ। ਤੇ ਬਾੜਿਆਂ ਦੀ ਤੇ ਹਨੇਰੀ ਆਈ ਹੈ, ਚਾਰ ਸਵੇਰੋਂ ਲੱਭਣ ਜਾਣ ਦੀ ਲੋੜ ਹੀ ਨਹੀਂ। ਇਸ ਪ੍ਰਕਾਰ ਉਸ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਤੂੰ ਨਜਾਇਜ਼ ਨਿਰਦੋਸ਼ ਗੁਰੂ ਕੇ ਸਿੱਖਾਂ ਨੂੰ ਕੈਦ ਕੀਤਾ ਹੋਇਆ ਤਾਂ ਤੇਰਾ ਪੁੱਤਰ ਮਰਿਆ ਹੈ। ਚੰਗੀ ਚਾਹੁੰਦਾ ਤੇ ਮਾਫੀ ਮੰਗ ਤੇ ਉਹਨਾਂ ਨੂੰ ਛੱਡਾ। ਜਦੋਂ ਛੱਡਿਆ ਤੇ ਕੋਲ ਹਾਜ਼ਰ ਕੀਤੇ, ਦੱਸਿਆ ਉਹਨਾਂ ਵੀ ਜਿਹੜਾ ਦਿਹਾੜਾ ਆਵੇ ਖੁਸ਼ੀਆਂ ਨਾਲ ਮਨਾਓ, ਕਿ ਭੁੱਖੇ ਰਹਿਣ ਨਾ ਮਨਾਉਣਾ। ਰੱਬ ਦੀ ਖੁਸ਼ੀ ਐਵੇਂ ਲੈਣੀ ਹੈ। ਅਸੀਂ ਤੇਰਾ ਪੁੱਤਰ ਜਿਉਂਦਾ ਕਰ ਦਿੰਦੇ ਹਾਂ ਜੇ ਤੂੰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਧਾਰਨ ਕਰੇ। ਬੜਾ ਖੁਸ਼ ਹੋਇਆ, ਕਹਿੰਦਾ ਮੈਂ ਪਰਜਾ ਸਮੇਤ ਸਿੱਖੀ ਧਾਰਨ ਕਰਦਾ ਹੈ, ਹੁਣੇ ਜਨੇਊ ਤੋੜ ਕੇ ਲਾ ਦਿੰਦਾ ਹੈ, ਤਿਲਕ ਲਾ ਦਿੰਦਾ ਹੈ, ਜਿਉਂਦਾ ਕਰ ਦਿਓ। ਉਹ ਗੁਰੂ ਕੇ ਬਚਨਾਂ ਨੂੰ ਮਦੇ ਰੱਖਦਿਆਂ ਹੋਇਆਂ ਜਪਜੀ ਸਾਹਿਬ ਦਾ ਪਾਠ ਕੀਤਾ। ਸਾਵਣ ਮੱਲ ਜੀ ਨੇ ਗੁਰੂ ਕੇ ਭਤੀਜੇ ਨੇ ਇੱਕ ਕੰਨੀ ਧੋਤੀ ਹੈ ਰੁਮਾਲ ਦੀ ਥੋੜ੍ਹੀ ਜਿਹੀ, ਉਸ ਬੱਚੇ ਦੇ ਮੂੰਹ ਵਿੱਚ ਪਾਈ ਤੇ ਉਹ ਜਿਉਂਦਾ ਹੋ ਗਿਆ ਸੀ। ਬੜਾ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ, ਦੱਸੋ ਮੈਨੂੰ ਕੋਈ ਸੇਵਾ। ਗੁਰੂ ਕਾ ਸਿੱਖ ਬਣ ਗਿਆ। ਮਹਾਰਾਜ ਸਾਹਿਬ ਨੇ ਲੱਕੜਾਂ ਲਿਆਉਣ ਵਾਸਤੇ ਭੇਜਿਆ ਤੇ ਵੱਢ ਵੱਢ ਕੇ ਸਾਗਵਾਨ ਤੇ ਹੋਰ ਲੱਕੜਾਂ ਦੇ ਦੱਥੇ ਭੇਜ ਦਿੱਤੇ ਸੀ ਗੋਬਿੰਦਵਾਲ ਸਾਹਿਬ। ਇਸ ਪ੍ਰਕਾਰ ਇਹ ਆਪ ਜੀ ਦੇ ਗੁਰੂ ਅਮਰਦਾਸ ਜੀ ਦੇ ਛੋਟੇ 3 ਭਾਈ ਸਨ ਤੇ ਸਾਰਾ ਪਰਿਵਾਰ ਸਿੱਖੀ ਨਾਲ ਜੁੜਿਆ ਹੋਇਆ। ਪਰ ਜਿਹੜੀ ਪਹਿਲੀ ਅਵਸਥਾ ਸੀ ਜ਼ਿੰਦਗੀ ਦੀ, ਉਹ ਆਪ ਜੀ ਦੀ ਕਿਵੇਂ ਲੰਘੀ ਹੈ। ਉਹਨਾਂ ਸਮਿਆਂ 'ਚ ਖੇਤੀ ਹਲ ਵਾਹੁਣਾ ਤੇ ਖੇਤੀ ਆਦਿ ਕਰਨੀ, ਜਾਂ ਦੁਕਾਨਾਂ ਪਾਉਣੀਆਂ ਤੇ ਲੂਣ ਹਲਦੀ ਆਦਿਕ ਘੋੜਿਆਂ ਦੇ ਲੱਦ ਕੇ ਜਾਂ ਮਗਰਾਂ ਦੇ ਚੁੱਕ ਕੇ ਵੇਚਿਆ ਕਰਨਾ ਤੇ ਹਰੇ ਰਾਮਾ ਹਰੇ ਕ੍ਰਿਸ਼ਨਾ ਦਾ ਜਾਪ ਕਰਨਾ। 6 ਮਹੀਨਿਆਂ ਬਾਅਦ ਚੱਲ ਕੇ ਤੇ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਆਉਣਾ। ਗੰਗਾ ਦੇ ਮੁਤਾਬਕ ਲੰਮੀ ਚੌੜੀ ਥਿਊਰੀ ਹੈ। ਜਦੋਂ ਬਦ ਰਾਜੇ ਨੂੰ ਛਲਣ ਵਾਸਤੇ ਵਮਣਾ ਛੋਟਾ ਜਿਹਾ ਸਰੀਰ ਬਣਾਇਆ ਸੀ, ਕਹਿੰਦਾ ਮੇਰੇ ਸਰੀਰ ਦੀਆਂ 2.5 ਕਰਮਾਂ ਧਰਤੀ ਮੈਨੂੰ ਦੇਵੋ। ਰਾਜੇ ਨੇ ਕੁਝ ਮਾਣ ਕੀਤਾ, ਤੇਰਾ ਨਿੱਘਾ ਜਿਹਾ ਸਰੀਰ ਹੈ, ਬੱਚਿਆਂ ਵਾਲਾ, ਨਿੱਕੇ ਨਿੱਕੇ ਕਦਮ ਨੇ, ਇੰਨੀ ਧਰਤੀ ਦਿੰਦਿਆਂ ਮੈਨੂੰ ਸ਼ਰਮ ਆਉਂਦੀ ਹੈ, ਕੁਝ ਹੋਰ ਮੰਗ ਲੈ। ਕਹਿੰਦਾ ਨਹੀਂ, ਮੈਂ ਬੜਾ ਸੰਤੋਖੀ ਹਾਂ, ਮੈਨੂੰ ਹੋਰ ਲੋੜ ਨਹੀਂ। ਇੱਥੇ ਮੈਂ ਕੁਟੀਆ ਬਣਾ ਕੇ ਤੁਹਾਨੂੰ ਵੇਦ ਪਾਠ ਇਹ ਬਾਣੀ ਸੁਣਾਇਆ ਕਰੂ। ਸ਼ੁਕਰ ਵਿਰੋਧ ਕਹਿਣ ਲੱਗਾ ਰਾਜਾ, ਵੇਖੀ ਕਿਤੇ ਧੋਖੇ ਛੜਿਆ ਹੈ ਨਾ ਜਾਵੀਂ, ਧੋਖੇ ਜਨਾ ਆ ਜਾਵੇਂ। ਵਿਸ਼ਨੂੰ ਹੈ, ਤੈਨੂੰ ਛੜਨ ਵਾਸਤੇ ਆਇਆ। ਕਹਿੰਦਾ ਮੈਂ ਮੋੜਨਾ ਨਹੀਂ, ਚੂੜੀ ਛੱਡ ਦਿੱਤੀ। ਤੇ ਫਿਰ ਜੇਵਡ ਭਾਵੇ ਤੇਵਡ ਹੋਏ, ਓਡਾ ਹੀ ਵੱਡਾ ਹੋ ਗਿਆ। ਤੇ ਸਾਰੀ ਧਰਤੀ ਤਿੰਨੇ ਲੋਕ 2 ਕਦਮਾਂ 'ਚ ਮਿਲ ਲਏ। ਭਾਈ ਕੋਈ ਮੰਨੇ ਜਾਂ ਨਾ ਮੰਨੇ, ਭਾਈ ਗੁਰਦਾਸ ਜੀ ਨੇ ਐਵੇਂ ਲਿਖਿਆ ਹੈ, 2 ਕਰਮਾਂ ਕਰ 3 ਲੋ, ਬਦ ਰਾਜਾ ਵੇ ਮਗਰ ਬਣਾਵੇ। ਲੈ 2 ਕਦਮਾਂ 'ਚ ਸਭ ਕੁਛ ਮਿਲ ਲਿਆ, ਅੱਧੀ ਕਦਮ ਬਾਕੀ ਬਚੀ ਹੈ, ਹੁਣ ਬਚਨ ਪੂਰਾ ਕਰ। ਤੇ ਰਾਜਾ ਬਲ ਕਹਿੰਦਾ, ਜੋ ਪ੍ਰਹਿਲਾਦ ਦਾ ਪੋਤਰਾ ਸੀ ਤੇ ਬਾਨਾਸੁਰ ਦਾ ਪੁੱਤਰ ਸੀ, ਕਸ਼ਮਰਖੀ ਦਾ ਪੋਤਰਾ ਸੀ, ਇਹ ਆਦਿਕ ਬ੍ਰਹਮਾ ਦੀ ਕੁਲ ਵਿੱਚੋਂ ਹੋਇਆ। ਦੈਂਤ ਵੀ ਤੇ ਦੇਵਤੇ ਵੀ। ਲੰਬੀ ਚੌੜੀ ਵਿਚਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ। ਬਾਕੀ ਮੇਰਾ ਸਰੀਰ ਲੈ ਲਾ, ਫਿਰ ਦਿੱਤਾ ਰਾਜ ਪਤਾਲ ਦਾ। ਤੇ ਹੁਣ ਰਾਜਾ ਕਹਿਣ ਲੱਗਾ, ਭਗਵਾਨ ਜਾਣਾ ਕਿੱਧਰ ਹੈ? ਮੈਂ ਤਾਂ ਬਚਨ ਪੂਰਾ ਕਰ ਦਿੱਤਾ, ਤੂੰ ਕਹਿੰਦਾ ਹਾਂ ਪਾਠ ਸੁਣਾਇਆ ਕਰੂੰ, ਉਹ ਆਪਣਾ ਬਚਨ ਤੂੰ ਪੂਰਾ ਕਰ। ਕਹਿਤ ਨਾਮ ਦਿਓ ਭਗਤ ਬਸ ਕੇ ਸਭ ਅਜਹੂ ਬਲ ਕੇ ਦਵਾਰ ਖੜੋ। ਅਜੇ ਵੀ ਖਲੋਤਾ ਉੱਥੇ ਪਹਿਰਾ ਦੇ ਰਿਹਾ ਹੈ। ਉਹ ਕਦਮ ਜਦੋਂ ਬ੍ਰਹਮ ਲੋਕ ਵਿੱਚ ਗਿਆ ਤੇ ਬ੍ਰਹਮਾ ਨੇ ਕਦਮ ਦੀਆਂ ਬਕਰਮਾਂ ਕਰ ਲਈਆਂ ਤੇ ਧੋ ਕੇ ਕਰਮੰਡਲ ਵਿੱਚ ਪਾ ਲਿਆ। ਤੇ ਰਾਜੇ ਭਗੀਰਥ ਨੇ ਲਿਆਂਦਾ, ਜਿਨ੍ਹਾਂ ਦੇ ਵਡੇਰੇ ਰਾਜੇ ਸਗੜ ਦੇ ਪੁੱਤਰ 60,000 ਬਾਲ ਖਿਲ ਭਸਮ ਹੋ ਗਏ ਸੀ ਮੁਕਤੀ ਵਾਸਤੇ। ਤਾਂ ਹਿੰਦੂ ਗ੍ਰੰਥਾਂ 'ਚ ਲਿਖਿਆ ਹੋਇਆ ਹੈ, ਜਿਹੜਾ ਗੰਗਾ ਦੇ ਦਰਸ਼ਨ ਕਰ ਲਵੇ ਉਹਦਾ 100 ਜਨਮ ਦਾ ਪਾਪ ਲੈ ਜਾਊ, ਜਿਹੜਾ ਇਸ਼ਨਾਨ ਕਰ ਲੇ 500 ਜਨਮ ਦਾ, ਤੇ ਜਿਹੜਾ ਭਾਵ ਨਾਲ ਪਾਣੀ ਵੀ ਪੀ ਲਵੇ 1000 ਜਨਮ ਦੇ ਪਾਪ ਲੈ ਜਾਣਗੇ। ਤੇ ਭਗਤ ਕਬੀਰ ਜੀ ਨੇ ਸਿਰ ਫੇਰਿਆ ਵੀ ਮੈਂ ਨਹੀਂ ਮੰਨਦਾ, ਇਹ ਗੱਲ ਠੀਕ ਨਹੀਂ। ਕਿਸ ਤਰ੍ਹਾਂ ਹੋ ਸਕਦਾ ਹੈ? ਜੇ ਇਸ ਤਰ੍ਹਾਂ ਹੁੰਦਾ ਹੋਵੇ ਫਿਰ ਪਾਸੇ ਕੀ ਕਰਨਾ ਹੈ?
गंगा तीर जो घर कर है पीवे निर्मल नीर, बिन हर भगत भजन ना मुक्त हो इनकार रमेश कबीर। सच कहना कोई सौखी गल नहीं, कह के सच ते रमते हो गए। कहते बिल्कुल पाप नहीं लै सकते अस उस गंगा च, टन्ना दे हिसाब नाल गंद पै रहा है। कित आदक इन्ना तंबाकू सब तो वध माड़ी वस्तु है दुनिया की, जिहदा ਨਾਂ ਲੈਣ ਤੋਂ भी पाप लगता है। उस ਥਾਂ 'ਤੇ ਗਏ ਸਾਂ ਕਥਾ ਲਈ, ਕੁਛ ਸਮਾਂ ਮਿਲਿਆ ਸੀ ਇੱਕ ਹਫ਼ਤਾ। ਸ਼ਾਮ ਨੂੰ ਚਲੇ ਗਏ ਤੇ ਇੰਨਾ ਧੂੰਆਂ ਰੌਲਾ ਵੀ ਨੱਕ ਦਮ ਆ ਗਏ। ਖਾ ਚੁੱਕਿਆ ਤੰਬਾਕੂ ਜਿਹੜਾ ਰੁੜ ਰੁੜ ਕੇ ਗੰਗਾ 'ਚ ਪੈਂਦਾ ਸੀ। ਇਹਦੋਂ ਵੱਧ ਮਾੜੀ ਧਰਤੀ ਹੋਰ ਕਿਹੜੀ ਹੋਣੀ ਹੈ। ਇਹੋ ਜਿਹੇ ਵਹਿਮ 'ਚ ਪੈਣ ਦੀ ਲੋੜ ਨਹੀਂ। ਭਗਤ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਜੇ ਮਿਲਣੀ। ਭਾਵੇਂ ਗੰਗਾ ਦੇ ਕਿਨਾਰੇ ਘਰ ਬਣਾ ਲਓ, ਰੋਜ਼ ਦਰਸ਼ਨ ਕਰੋ, ਰੋਜ਼ ਇਸ਼ਨਾਨ ਕਰੋ, ਰੋਜ਼ ਜਲ ਛਕੋ, परमेश्वर की भगती तो बिना मुक्ति नहीं मिलनी। इस प्रकार भगीरथ ने सो इस प्रकार वो धरती ते गंगा लियांदी सी। आप न देह चुरू पर पानी तिह निंदे जे गंगा आनी। बाणी की एक एक पंक्ति के मगर किड्डा किड्डा वड्डा इतिहास है। वो प्रभाव मनते होने करके हरे कृष्णा हरे रामा का जाप करते हैं। 6 महीने बाद गंगा का इशनान करन जाते हैं। ਤੇ ਰਸਤੇ ਵਿੱਚ ਆਉਂਦਿਆਂ ਹੋਇਆਂ ਸੋ ਮੇੜਵੇ ਨਗਰ ਆਪ ਜੀ ਬਿਰਾਜਮਾਨ ਹੋਰ ਵੀ ਯਾਤਰੂ ਠਹਿਰਦੇ ਸਨ। ਦੁਰਗਾ ਦੱਤ ਨਾਮੀ ਪੰਡਤ ਹੈ, ਬੜਾ ਵਿਦਵਾਨ ਹੈ। ਉਸ ਨੇ ਸਭ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪਦਮ ਦਾ ਫੁੱਲ ਕਬਲ ਦਰਸ਼ਾਨ ਵੇਖਿਆ। ਬੜਾ ਹੈਰਾਨ ਹੋਇਆ। ਬੜਾ ਸਾਦਾ ਜਿਹਾ ਲਿਬਾਸ ਹੈ। ਇਸ ਪਦਮ ਦੇ ਫੁੱਲ ਵਾਲਾ ਕਬਲ ਵਾਲਾ ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਿਲਕੇ ਵਾਂਗੀ ਤਾਰੇ। ਭਾਈ ਗੁਰਦਾਸ ਜੀ ਨੇ ਕ੍ਰਿਸ਼ਨ ਭਗਵਾਨ ਦੇ ਸੰਬੰਧ 'ਚ ਲਿਖਿਆ ਤੇ ਉਹੀ ਸੀ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ। ਜਦੋਂ ਜਾਗ ਖੁੱਲ੍ਹੀ ਉੱਠੇ ਤੇ ਉਹ ਉਸ ਦੁਰਗਾ ਦੱਤ ਬ੍ਰਾਹਮਣ ਨੇ ਸਾਹਿਬਾਂ ਨੂੰ ਸੀਸ ਝੁਕਾਇਆ ਤੇ ਪੁੱਛਿਆ ਤੂੰ ਸੱਚ ਦੱਸੋ ਕੌਣ ਜੇ? ਕੋਈ ਛਤਰਪਤੀ ਰਾਜੇ ਜੇ ਜਾਂ ਕੋਈ ਗੁਰੂ ਜੇ? ਨਹੀਂ ਜੀ ਮੈਂ ਤਾਂ ਕੁਛ ਵੀ ਨਹੀਂ, ਲੂਣ ਹਲਦੀ ਵੇਚਣ ਵਾਲਾ, ਗੰਗਾ ਦਾ ਇਸ਼ਨਾਨ ਕਰਨ ਵਾਲਾ ਯਾਤਰੂ ਹੀ ਹੈ। ਕਹਿੰਦਾ ਮੈਂ ਨਹੀਂ ਮੰਨਦਾ। ਤੁਰਨ ਲੱਗਿਆਂ ਕੁਝ ਦੇਣ ਲੱਗੇ, ਕਹਿੰਦੇ ਨਹੀਂ ਮੈਂ ਜੋ ਵਿਦਿਆ ਪੜ੍ਹੀ ਇਹਦੇ ਅਨੁਸਾਰ ਇਸ ਡਿਗਰੀ ਨੂੰ ਅੱਜ ਨਹੀਂ ਤੇ ਕੱਲ੍ਹ ਨੂੰ ਜ਼ਰੂਰ ਪ੍ਰਾਪਤ ਹੋਵੇਗਾ। ਜਦੋਂ ਹੋਵੇਗਾ ਉਦੋਂ ਮੈਂ ਮੁੰਬਰ ਦੀਆਂ ਰੋਟੀਆਂ ਮੰਗੂ ਤੇਰੇ ਪਾਸੋਂ। ਅੱਜ ਇੰਨੀ ਕਮਾਇਆ ਨਹੀਂ ਲੈਣੀ, ਮੇਰੇ ਨਾਲ ਕਰਾਰ ਕਰ ਲਓ। ਕਰਾਰ ਕਰ ਲਿਆ ਸੀ ਮਹਾਰਾਜ ਸਾਹਿਬ ਜੀ ਨੇ। 20 ਵਾਰੀ ਉਸ ਮੌਕਾ ਗੰਗਾ ਦਾ ਇਸ਼ਨਾਨ ਕਰਨ ਗਏ ਸੀ। ਇਤਨੀ ਸ਼ਰਧਾ ਸੀ ਪੁਰਾਣੇ ਲੋਕਾਂ ਦੀ, ਹੁਣ ਘਟਦੀ ਜਾਂਦੀ ਹੈ ਜਿਵੇਂ ਜਿਵੇਂ ਗਿਆਨ 'ਚ ਵਾਧਾ ਹੁੰਦਾ ਹੈ। ਰਸਤੇ 'ਚ ਆਉਂਦਿਆਂ ਹੋਰ ਮਹਾਤਮਾ ਦਾ ਮਿਲਾਪ ਹੋਇਆ। ਬੜਾ ਚੰਗਾ ਸੁਭਾਅ ਹੈ, ਬੜਾ ਨਿੱਘਾ ਸੁਭਾਅ ਹੈ, ਬੜੇ ਮਿੱਠ ਬੋਲਣੇ ਨੇ। ਇਹ ਪਰਮੇਸ਼ਰ ਦੇ ਪਿਆਰਿਆਂ ਨੂੰ ਚੰਗੀ ਦਾਤ ਮਿਲਦੀ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਬਾਣੀ ਜਿਨ ਕੀ ਰਸਵਤੀ ਮਨ ਕਾ ਆਪਾ ਖੋਏ, और को शीतल करे आपो शीतल होए। मीठे शब्द बोलिए सौख उपजे चाहूँ और, वसीकरण दे मंत्र है तजी हो बचन कठोर। घट बोलो सच्चा बोलो ते मिठा बोलो। बड़ा मिठा प्यारा बोल है, बड़ी निम्रता वाली जिंदगी है। वो महात्मा नाल गल्लां बातां करदे आ रस्ता तय करदे आ। बासर के पहुँच गए, अपने नगर लियांदा उसनूं, लंगर पानी छकिया, चबारे जा के विराजमान हो गए। उस मौका गल्लां बातां करदियां उस महात्मा ने पुछ लिया इन्ना चंगा सुभाव तुहाडा, इन्ना मिठा, इन्नी मिठी बोली, सच्ची बोली, निम्रता वाली बोली, तुहाडा गुरु कौन है? तुहानूं सिक्ख्या किहने इहो जी दित्ती है? तो संगत की रंगत हुंदी है। हजूर सच्चे पातशाह कहण लगे सो अजे मैं गुरु कोई धारिया नहीं, गुरु की तलाश विच है। वो तो बहुत भारी तलो मच्छी हो गया, अग बबूला हो गया। कहता तू निगुरा ही है, 60 साल की उम्र में पहुँच गया है तो मैं तो निगुरे की संगत करके अपनी पिछली जिंदगी खराब कर ली है। कीता कतरिया गवा लिया, मैं तेरे हथ का खा लिया। साहिब गुरु ग्रंथ साहब पंक्तियाँ ने सतगुरु बाजों गुरनी कोई, निगुरे का है नाऊ बुरा। साहिब गुरु ग्रंथ साहब की बाणी है। ना लेना भी बुरा है, संगत करनी भी बुरी है, हथ का खाना भी बुरा है। जैसो चंदा उगवे सूरज चढ़े हजार, केते चानन होंदियां गुरबिन घोर अंधार। अज्ञानता का नेरा
ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ, ਸ਼ਾਂਤੀ ਨਹੀਂ ਆ ਸਕਦੀ, 84 ਨਹੀਂ ਕੱਟੀ ਜਾ ਸਕਦੀ। ਇਹ ਤਾਂ ਆਦਿਕ ਪੰਕਤੀਆਂ ਨੂੰ ਮਦੇ ਰੱਖਦੇ ਹਾਂ। ਉਹਦਾ ਅੱਧੀ ਰਾਤ ਹੀ ਘਰ ਛੱਡ ਕੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਉੱਠ ਕੇ ਰਾਤ ਹੀ ਚਲੇ ਗਿਆ। ਤੇ ਹੁਣ ਵੀ ਕਈਆਂ ਮਹਾਤਮਾ ਦਾ ਇਹ ਪਰਨ ਹੁੰਦਾ ਹੈ ਕਿ ਅੰਮ੍ਰਿਤਧਾਰੀ ਦੇ ਹੱਥੋਂ ਹੀ ਕੋਈ ਛਕਣਾ ਹੈ, ਦੂਜਿਆਂ ਦੇ ਨਹੀਂ। ਤੇ ਇਤਿਹਾਸ ਵਿੱਚ ਹੋਰ ਪੰਕਤੀਆਂ ਰਹਿਤਨਾਮਿਆਂ ਦੀਆਂ ਪੰਕਤੀਆਂ, ਜਾਂ ਕੀ ਰਹਿਤ ਨ ਜਾਣੀਏ ਗੁਰਮੰਤਰ ਨਹੀਂ ਚੀਤ, ਭੋਜਨ ਤਾਂਕਾ ਖਾਈਏ ਵਿਸਰਿਓ ਹਰਿ ਸਿਉ ਪ੍ਰੀਤ, ਤਬੀਆਂ ਤਬ ਨਾ ਸਿਖਾਏ ਧਿਆਨੀ ਧਿਆਨਾ ਲੱਗੇ ਲਗਾਏ, ਖਾਵਤ ਮਨ ਕੋ ਕਰਤ ਮਲੀਨ ਹਾਰ ਜਸ ਰੰਗ ਨਾ ਚੜ੍ਹੇ ਨਵੀਨ। ਬਾਣੀ 'ਚ ਪੰਕਤੀਆਂ ਬ੍ਰਾਹਮਣ ਕੈਲੀ ਘਾਤ ਕੰਜਕਾਂ, ਬ੍ਰਾਹਮਣ ਦਾ ਮਾਰਨਾ ਸਹੀ ਮਾਇਨਿਆਂ 'ਚ ਹੋਵੇ ਬ੍ਰਾਹਮਣ। ਸੋ ਬ੍ਰਾਹਮਣ ਜੋ ਬਿੰਦੇ ਬ੍ਰਾਹਮ, ਜਪ ਤਪ ਸੰਜਮ ਕਮਾਵੇ ਕਰਮ, ਸੀਲ ਸੰਤੋਖਾ ਰੱਖੇ ਧਰਮ, ਬੰਧਨ ਤੋੜੇ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਪੂਜਣ ਦੇ ਜੁਗਤ ਯੋਗ ਹੈ ਉਹ ਜਿਹਾ ਬ੍ਰਾਹਮਣ ਹੈ। ਇਸ ਪ੍ਰਕਾਰ ਜੋ ਬਿੰਦੇ ਬ੍ਰਹਮ ਪਰਮੇਸ਼ਰ ਨੂੰ ਜਾਣਦਾ ਹੈ, ਸਿਰ ਮੂੰਹ ਮੁੰਨਣ ਦਾ ਨਾਮ ਬ੍ਰਾਹਮਣ ਨਹੀਂ, ਤੰਬਾਕੂ ਪੀਣ ਦਾ ਨਾਮ ਬ੍ਰਾਹਮਣ ਨਹੀਂ, ਬ੍ਰਹਮ ਕਰਮ ਨੇ ਜਿਹਦੇ ਉਹਦੇ ਪੂਜਣ ਦੇ ਯੋਗ ਹੈ। ਇਸ ਪ੍ਰਕਾਰ ਦੀਆਂ ਪੰਕਤੀਆਂ ਅਨੁਸਾਰ ਕੈਲੀ ਘਾਰ ਗਊ ਦਾ ਮਾਰਨਾ, ਕੰਜਕਾਂ ਬੱਚੀਆਂ ਗਰਭ ਵਿੱਚ ਜਾਂ ਜੰਮੀਆਂ ਛੋਟੀਆਂ ਮਾਰ ਦੇਣੀਆਂ, ਪੁਰਾਣਾ ਬੜਾ ਭੈੜਾ ਰਿਵਾਜ ਸੀ। ਅਣਚਾਰੀ ਜੀ ਦਾ ਚਰਨ ਚੰਗਾ ਨਹੀਂ, ਜਿਹਦੀ ਕਿਰਤ ਚੰਗੀ ਨਹੀਂ, ਜਿਹੜਾ ਠੱਗੀਆਂ ਠੋਰੀਆਂ ਧਨ ਇਕੱਠਾ ਕੀਤਾ ਹੈ, ਜਿਹੜਾ ਇਹਨਾਂ ਦੇ ਘਰ ਦਾ ਧਾਨ ਖਾ ਲਓ, ਪਰਮੇਸ਼ਰ ਤੋਂ ਪ੍ਰੀਤੀ ਵਿਸਰ ਜਾਊ, ਭੁੱਲ ਜਾਊ, ਉਹਦੀ ਨਹੀਂ ਜੁੜੇਗੀ ਕਦੇ ਵੀ। ਇਸ ਪ੍ਰਕਾਰ ਗੁਰਮੁਖੋ ਪੰਕਤੀਆਂ ਪੜ੍ਹ ਵੀ ਲਈਆਂ, ਸੁਣ ਵੀ ਲਈਆਂ, ਤੇ ਦਿਹਾੜਾ ਵੀ ਮਨਾ ਰਹੇ ਹਾਂ, ਤੇ ਅਸਰ ਕਿਨ ਕਰਨਾ ਹੈ। ਤੇ ਜ਼ਿੰਦਗੀ 'ਚ ਮੋੜ ਕੇ ਵੀ ਹੋਵੇਗੀ। ਸੰਗਤ 'ਚ ਮਾਰੋ ਝਾਤੀ, ਕਿੰਨੇ ਗੁਰੂ ਵਾਲੇ ਹੋ ਤੇ ਕਿੰਨੇ ਨਿਗੁਰੇ ਹੋ। ਤੇ ਗੁਰੂ ਵੀ ਗੁਰੂ ਨਾਨਕ ਅਕਾਲ ਪੁਰਖ ਸਤਿਗੁਰੂ ਬਾਝੋਂ ਹੋਰ ਗੋਰੀ ਕੋਈ ਨਹੀਂ, ਹੋਰ ਕੋਈ ਹੋ ਹੀ ਨਹੀਂ ਸਕਦਾ ਸਥਿਰ ਰਹਿਣ ਵਾਲਾ, ਜਿਹਨੂੰ ਕਾਲ ਮੌਤ ਨਹੀਂ ਮਾਰ ਸਕਦੀ। ਜੰਮਣ ਤੋਂ ਰਹਿਤ, ਮਰਨ ਤੋਂ ਰਹਿਤ, ਜੂਨਾਂ ਤੋਂ ਰਹਿਤ, ਬੈਰ ਤੋਂ ਰਹਿਤ, ਭੈ ਤੋਂ ਰਹਿਤ। 60 ਸਾਲ ਦੀ ਉਮਰ ਤੇ 20 ਵਾਰੀ ਗੰਗਾ ਦੇ ਇਸ਼ਨਾਨ ਕੀਤੇ ਹੋਏ, ਚੰਗੀ ਸੱਟ ਆਤਮਾ ਨੂੰ ਮਨ ਨੂੰ ਵੱਜੀ, ਤਲੋ ਮਛੀ ਹੋ ਗਏ। ਉਹ ਬ੍ਰਹਮਚਾਰੀ ਮਹਾਤਮਾ ਤਾਂ ਰਾਤ ਹੀ ਉੱਠ ਕੇ ਚਲੇ ਗਿਆ। ਹੁਣ ਨੀਂਦ ਕਿੱਥੋਂ ਆਵੇ ਕਿ ਕਿਹੜਾ ਵੇਲਾ ਪੂਰਨ ਗੁਰੂ ਮਿਲ ਜਾਵੇ। ਭਾਵੇਂ ਪਹਿਲੋਂ ਵੀ ਸੰਗਤ ਹੁੰਦੀ ਰਹੀ ਸੀ ਤੇ ਗਿਆਨ ਨਹੀਂ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੋ ਲੈਣੇ ਤੋਂ ਅੰਗ ਨੂੰ ਲਾ ਕੇ ਅੰਗਤ ਬਣਾ ਦਿੱਤਾ। ਅੰਗਤ ਨਾਮ ਅਜ ਤੇ ਹੋਈ, ਨਿਜ ਅੰਗਨ ਤੇ ਕੀਨੋ ਤੋਹੀ, ਸਿਮਰ ਸਤਨਾਮ ਪ੍ਰਗਟਾਵੋ, ਜੈ ਤੈ ਸਿੱਖੀ ਰਾਹ ਚਲਾਵੋ, ਖਡੂਰ ਭੇਜ ਦਿੱਤਾ। ਇੱਥੇ ਆ ਕੇ ਬਾਲਾ ਜੀ ਮਿਲਣ ਵਾਸਤੇ ਆਏ, ਬੜਾ ਖੁਸ਼ ਹੋਏ, ਬੜਾ ਪਤਾ ਲੱਗਾ ਮੇਰੇ ਗੁਰੂ ਨਾਨਕ ਪਾਤਸ਼ਾਹ ਨਾਲ ਸਾਰੀ ਅੱਜ ਤੁਸੀਂ ਰਹੇ ਹੋ। ਦੱਸਿਆ ਵੀ ਹਾਂ ਰਹੇ ਹਾਂ। ਮੇਰੇ ਗੁਰੂ ਨਾਨਕ ਦੀਆਂ ਬਵਾਣੀਆਂ ਕਹਾਣੀਆਂ ਮੈਨੂੰ ਸੁਣਾਓ। ਫਿਰ ਮੋਖੇ ਪੈੜੇ ਨੂੰ ਸੱਦਿਆ, ਉਸਨੇ ਲਿਖਣੀਆਂ ਸ਼ੁਰੂ ਕੀਤੀਆਂ ਤੇ ਬਾਲਾ ਜੀ ਨੇ ਕਥਾ ਆਰੰਭ ਕੀਤੀ। ਉਸ ਸਥਾਨ ਬਣਿਆ ਖਡੂਰ ਸਾਹਿਬ। ਕਦੇ ਜਾਓ ਅਸਲੀ ਸਥਾਨ ਤੇ ਉਹ ਬਣਿਆ ਸਥਾਨ, ਉਹਦੇ ਦਰਸ਼ਨ ਜ਼ਰੂਰ ਕਰੋ ਜਿੱਥੇ ਬਾਲਾ ਜੀ ਨੇ ਸਰੀਰ ਛੱਡਿਆ। ਕੁਝ ਸਿਰ ਫਿਰੇ ਕਹਿੰਦੇ ਵੀ ਬਾਲਾ ਗੁਰੂ ਨਾਨਕ ਪਾਤਸ਼ਾਹ ਨਾਲ ਹੀ ਨਹੀਂ ਰਿਹਾ। ਇਸ ਤਰ੍ਹਾਂ ਵੀ ਕਹਿਣਗੇ ਤੁਹਾਨੂੰ ਥਾਂ ਬਣਿਆ ਹੋਇਆ ਹੈ। ਦਾਸ ਵੇਖ ਕੇ ਆਇਆ ਉੱਥੇ ਤਾਂ ਦੱਸ ਰਿਹਾ, ਪੜ੍ਹਿਆ ਵੀ ਹੈ ਤੇ ਵੇਖਿਆ ਵੀ, ਸਥਾਨ ਬਣਿਆ ਹੋਇਆ, ਥੜਾ ਬਣਿਆ ਹੋਇਆ, ਗੁਰਦੁਆਰਾ ਬਣਿਆ ਹੋਇਆ ਹੈ। ਇਸ ਪ੍ਰਕਾਰ ਉਸ ਕਥਾ ਵਿੱਚ ਬਾਬਾ ਬੁੱਢਾ ਜੀ ਨੇ ਸਾਰੀ ਕਥਾ 'ਚ ਹਾਜ਼ਰੀ ਭਰੀ। ਉਸ ਕਥਾ ਵਿੱਚ ਗੁਰੂ ਅਮਰਦਾਸ ਜੀ ਨੇ ਸਾਰੀ ਹਾਜ਼ਰੀ ਭਰੀ। ਪਾਰੋ ਜੁਲਕਾ ਜੀ ਨੇ ਸਾਰੀ ਹਾਜ਼ਰੀ ਭਰੀ। ਇਸ ਪ੍ਰਕਾਰ ਇੱਕ ਧਿੰਗਾ ਨਾਈ ਹੋਇਆ ਹੈ, ਉਸਨੇ ਵੀ ਸਾਰੀ ਹਾਜ਼ਰੀ ਭਰੀ। ਇਸ ਪ੍ਰਕਾਰ ਗੁਰਮੁਖੋ ਉਹ ਪਵਿੱਤਰ ਸਥਾਨ ਭਾਵੇਂ ਪੁਰਾਤਨ ਸੀ, ਪਰ ਇਤਨਾ ਗਿਆਨ ਨਹੀਂ ਸੀ। ਅੱਜ ਵਾਂਗੂ ਨਹੀਂ, ਸਿਆਣਿਆਂ ਦਾ ਕਥਨ ਕੰਧ ਓਲੇ ਪ੍ਰਦੇਸ਼ ਨਹੀਂ ਸੀ ਪਤਾ ਚੱਲਦਾ। ਸਮਾਂ ਗੁਜ਼ਰ ਗਿਆ, ਨੀਂਦ ਕਿੱਥੇ ਆਉਂਦੀ ਹੈ। ਮਨ ਨੂੰ ਸੱਟ ਵੱਜੀ ਹੋਈ ਹੈ। ਪਿਛਲੀ ਜ਼ਿੰਦਗੀ ਐਵੇਂ ਲੰਘ ਗਈ। ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਆਪ ਜੀ ਦੀ ਭਾਵ ਭਤੀਜਿਓਂ ਨਹੁੰ ਲੱਗਦੀ ਸੀ। ਪਿੱਛੇ ਬੇਨਤੀ ਕੀਤੀ, ਜੱਸੂ ਜੀ ਦੇ ਨਾਲ ਗੁਰੂ ਅੰਗਦ ਸਾਹਿਬ ਦੀ ਪੁੱਤਰੀ ਵਿਆਹੀ ਹੋਈ ਸੀ। ਅੰਮ੍ਰਿਤ ਵੇਲਾ ਹੈ, ਉਹਦਾ ਰਿਵਾਜ ਸੀ ਚੱਕੀਆਂ ਪੀਣੀਆਂ ਅਤੇ ਦੁੱਧ ਰਿੜਕਣਾ। ਮਧਾਣੀਆਂ ਨਾਲ ਮਧਾਣੀਆਂ ਦੀ ਆਵਾਜ਼ ਆਉਂਦੀ ਹੈ। ਅੰਮ੍ਰਿਤ ਵੇਲੇ ਬੀਬੀ ਉੱਠੀ ਹੈ, ਇਸ਼ਨਾਨ ਕੀਤਾ ਹੈ, ਘਰ ਦੇ ਕਾਰੋਬਾਰ ਨਾਲੇ ਕਰ ਰਹੀ ਹੈ, ਨਾਲੇ ਦੁੱਧ ਰਿੜਕ ਰਹੀ ਹੈ, ਨਾਲੇ ਉੱਚੀ ਉੱਚੀ ਗੁਰੂ ਕੀ ਬਾਣੀ ਦਾ ਪਾਠ ਕਰ ਰਹੀ ਹੈ। ਜਪਜੀ ਸਾਹਿਬ ਪੜ੍ਹਿਆ, ਆਸਰੀ ਵਾਰ ਪੜ੍ਹੀ, ਕੁਝ ਹੋਰ ਬਾਣੀਆਂ ਪੜ੍ਹੀਆਂ
ਤੇ ਮਹਾਰਾਜ ਸਾਹਿਬ ਜੀ ਦੀ ਕੰਨੀ ਆਵਾਜ਼ ਪਈ ਤੇ ਮਨ ਨੂੰ ਠੰਡ, ਮਨ ਨੂੰ ਸ਼ਾਂਤੀ, ਮਨ ਨੂੰ ਟਿਕਾ ਸੁਣ ਕੇ ਆਇਆ ਹੈ। ਬੜਾ ਰਿਵਾਜ ਸੀ ਪਿੱਛੇ ਸਹੁਰਿਆਂ ਤੋਂ, ਜੇਠਾਂ ਤੋਂ, ਪਤਿਆਵਰਿਆਂ ਤੋਂ ਤੇ ਵੱਡਿਆਂ ਤੋਂ ਘੁੰਡ ਕੱਢਣ ਦਾ, ਮੂੰਹ ਲੁਕਾਉਣ ਦਾ, ਸ਼ਰਮ ਕਰਨ ਦਾ। ਉੱਚੀ ਬਸਾ ਨਹੀਂ ਸੀ ਲੈਂਦੀਆਂ ਬੀਬੀਆਂ। ਹੁਣ ਵਰਗਾ ਜ਼ਮਾਨਾ ਨਹੀਂ ਸੀ। ਬੜਾ ਭਾਰੀ ਜਿੰਨੀ ਸਮਾਨ ਦਾ ਫਰਕ ਪੈ ਚੁੱਕਿਆ ਹੈ। ਉਹਨੇ ਚਿਰ ਨੂੰ ਦਿਨ ਚੜ੍ਹ ਗਿਆ, ਵੇਖਿਆ ਵੀ ਮੇਰਾ ਪਤਿਆਵਰਾ ਸਹੁਰਾ, ਮੇਰੇ ਭਾਵ ਸਹੁਰੇ ਤੋਂ ਵੱਡੇ ਥਾਂ ਤੇ ਅਮਰਦਾਸ ਇਹ ਸਾਹਮਣੇ ਸੁਣ ਰਹੇ ਨੇ। ਬੀਬੀ ਚੁੱਪ ਕਰ ਗਈ। ਫਿਰ ਬੇਨਤੀ ਕੀਤੀ, ਨਹੀਂ ਬੇਟਾ ਮੈਨੂੰ ਦੁਬਾਰਾ ਸੁਣਾ। ਫਿਰ ਬਾਣੀ ਸੁਣੀ। ਇਹ ਕਿਹਦੀ ਬਾਣੀ ਹੈ? ਮੇਰੇ ਪਿਤਾ ਅੰਗਦ ਸਾਹਿਬ ਜੀ ਦੀ ਬਾਣੀ ਹੈ, ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ। ਚੱਲ ਮੈਨੂੰ ਉਹਨਾਂ ਦੀ ਚਰਨੀ ਲਾ। ਫਿਰ ਲੈ ਕੇ ਬੀਬੀ ਆਈ ਸੀ। ਉਦੋਂ ਇਹ ਵੀ ਰਿਵਾਜ ਸੀ ਵੀ ਜਿੰਨਾ ਚਿਰ ਪਿਤਾ ਭਰਾ ਕਹਿਣ ਨਾ ਪੇਕੇ ਘਰ ਨੂੰ ਬੀਬੀਆਂ ਨਹੀਂ ਸੀ ਜਾਂਦੀਆਂ। ਲੈ ਕੇ ਗਈ ਹੈ, ਜਾ ਕੇ ਚਰਨੀ ਲੱਗੇ ਨੇ। ਅੱਗੋਂ ਉੱਠੇ ਨੇ ਸਾਹਿਬ ਸੱਚੇ ਪਾਤਸ਼ਾਹ ਭਰਾ ਦਾ ਕੁੜਮ ਦਾ ਭਰਾ ਕੁੜਮ ਲੱਗਦਾ ਸੀ। ਉੱਠੇ ਬਾਹਾਂ ਕੱਢੀਆਂ ਨੇ, ਕਹਿੰਦੇ ਨਹੀਂ ਨਹੀਂ ਮੈਂ ਮੰਗਤਾ ਬਣ ਕੇ ਆਇਆ। ਨਿਉ ਕੇ ਬਹੁਤੀਆਂ ਪ੍ਰਾਪਤੀਆਂ ਹੁੰਦੀਆਂ ਨੇ। ਧਰ ਤਰਾਜੂ ਤੋਲੀਏ ਨਿਵੇਂ ਸੋ ਗੌਰਾ ਹੋਏ। ਤਰਾਜੂ ਤੱਕੜੀ ਤੋਂ ਸਿੱਖਿਆ ਲੈ ਲਓ। ਦੋ ਸ਼ਾਬੇ ਹੁੰਦੇ ਆ ਕਿ ਨਿਉਂਦਾ ਹੈ। ਹਰ ਕੋਈ ਨਿਉਂਦੇ ਦਾ ਗਾਹਕ ਬਣਦਾ ਹੈ, ਉੱਚੇ ਦਾ ਨਹੀਂ। ਇਸ ਪ੍ਰਕਾਰ ਫਿਰ ਚਰਨ ਪੌਲ ਲੈ ਕੇ ਸਿੱਖੀ ਧਾਰਨ ਕਰਕੇ ਕਮਾਈ। ਕਿੰਨੀ ਕਮਾਈ? ਇਹ ਲੰਮੀ ਚੌੜੀ ਵਿਚਾਰ ਹੈ, ਸਮਾਂ ਬੜਾ ਹੋ ਗਿਆ ਹੈ। ਖਾ ਰਹੋ ਵਿਚਾਰ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਚਰਨੀ ਲੱਗੇ ਤੇ ਬੰਦਗੀ ਕੀਤੀ। ਆਪ ਜੀ ਦੀ ਸ਼ਾਦੀ ਸੋ ਇਹ 1556 ਵਿੱਚ ਹੋਈ ਹੈ। ਆਪ ਜੀ ਦੇ ਘਰ ਦੋ ਪੁੱਤਰ ਮੋਹਨ ਜੀ ਤੇ ਮੋਹਰੀ ਜੀ। ਇਸ ਪ੍ਰਕਾਰ ਉਹਨਾਂ ਦਾ ਭਾਵ ਇਹ ਜਨਮ ਹੋਇਆ ਜਿਹੜੇ ਗੁਪਤ ਅਵਤਾਰਾਂ ਵਿੱਚ ਸਨ 75 ਤੋਂ ਲੈ ਕੇ ਤੇ 79 ਤੱਕ। ਇਸੇ ਪ੍ਰਕਾਰ ਦੋ ਪੁੱਤਰੀਆਂ ਦਾ ਜਨਮ ਹੋਇਆ, ਬੀਬੀ ਦਾਨੀ ਜੀ ਤੇ ਭਾਨੀ ਜੀ, ਜੋ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀਆਂ ਪੁੱਤਰੀਆਂ ਕਹਾਉਣ ਦਾ ਮਾਣ ਮਿਲਿਆ। ਤੇ ਜੇਠਾ ਜੀ ਗੁਰੂ ਰਾਮਦਾਸ ਜੀ ਨਾਲ ਭਾਨੀ ਜੀ ਦਾ ਵਿਵਾਹ ਹੋਇਆ ਹੈ 1612 ਦੇ ਤਾਈਂ। ਇਸ ਪ੍ਰਕਾਰ ਸਮਾਂ ਗੁਜ਼ਰਦਾ ਗਿਆ। ਬਾਕੀ ਲੰਮੀਆਂ ਚੌੜੀਆਂ ਬਬਾਣੀਆਂ ਕਹਾਣੀਆਂ ਛੱਡਣੀਆਂ ਪੈਣੀਆਂ ਸਮੇਂ ਨੂੰ ਮੱਦੇ ਰੱਖਦਿਆਂ ਹੋਇਆਂ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਿਰ 1609 ਵਿੱਚ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਹੈ। 1631 ਨੂੰ ਭਾਦਰੋਂ ਦੀ ਪੂਰਨਮਾਸੀ ਜੋਤੀ ਜੋਤ ਸਮਾਜ ਸੱਚਖੰਡ ਨੂੰ ਗਏ ਹੈ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਏਜ 105 ਸਾਲ 4 ਮਹੀਨੇ ਤੇ 1 ਦਿਨ ਸਰੀਰ ਧਰਤੀ 'ਤੇ ਰੱਖਿਆ ਹੈ। ਆਪ ਜੀ ਨੇ 21 ਬਰਸ 5 ਮਹੀਨੇ ਤੇ 14 ਦਿਨ ਗੁਰਤਾ ਗੱਦੀ ਕੀਤੀ ਹੈ। ਆਪ ਜੀ ਨੇ 6 ਬਰਸ ਅਤੇ 11 ਮਹੀਨੇ ਤੇ 20 ਦਿਨ ਆਪਣੀ ਆਜੂ ਆਪਣੀ ਉਮਰ ਆਪਣੇ ਪੁੱਤਰ ਜਵਾਈ ਜੇਠਾ ਜੀ ਨੂੰ ਦੇ ਕੇ ਤੇ ਸੱਚਖੰਡ ਸਾਹਿਬ ਸੱਚੇ ਪਾਤਸ਼ਾਹ ਜੀ ਗਏ ਸਨ। 869 ਸ਼ਬਦ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ। ਬਿਰਧ ਅਵਸਥਾ ਵਿੱਚ ਭਾਵੇਂ ਭੱਟਾ ਨੇ ਭਾਵੇਂ ਲਿਖਿਆ ਤਾਂ ਪੜ੍ਹਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨਹਿਣ ਬਹਿਣ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਸਮੈ ਲੀਣੋ 30 ਇੱਕ ਔਰ 5 ਸੰਤ 35 ਨਖਿਓ ਇੱਕੋ ਦੇ ਲੱਖ ਲੱਖੋ ਲੱਖ ਹੈ ਇੱਕ ਇੱਕ ਕਰ ਵਰਣਿਓ ਗੁਰੂ ਅਮਰਦਾਸ ਜਾਲਬ ਭਣੇ ਤੋਂ ਇੱਕ ਲੋੜ ਹੈ ਇੱਕ ਮੰਨਿਓ। ਇਸ ਪ੍ਰਕਾਰ ਕਨ ਹਰ ਬੂੰਦ ਬਸੋ ਰਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਬ ਸਤ ਕਰਨ ਉਧਰ ਸਾਗਰ ਕੋ ਗੰਗ ਤਰੰਗੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਹਨੂੰ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆਵੇ ਭਗਵਾਨ ਰਾਮ ਚੰਦਰ ਦੇ ਭਰਾਤਾ ਭਰਤ ਦੇ ਭੱਲਣ ਪੁੱਤਰ ਤੋਂ ਭਲੇ ਬੰਸ ਚੱਲੀ ਸੀ ਕਿ ਲਛਮਣ ਦੇ ਤਖਨਾਮੇ ਪੁੱਤਰ ਤੋਂ 63 ਬੰਸ ਚੱਲੀ ਸੀ। 63 ਬੰਸ ਵਿੱਚ ਗੁਰੂ ਅੰਗਦ ਸਾਹਿਬ ਜੀ ਨੇ ਤੇ ਭੱਲੇ ਬੰਸ ਵਿੱਚ ਗੁਰੂ ਅਮਰਦਾਸ ਜੀ ਨੇ। ਇਸ ਪ੍ਰਕਾਰ ਤੇ ਸੋਢੀ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਰਾਮਦਾਸ ਜਿਨ੍ਹਾਂ ਨੇ ਸੇਵਾ ਕਰਕੇ ਪ੍ਰਸੰਨਤਾ ਲਈ ਤੇ ਵਰ ਮਿਲਿਆ ਸੀ 7 ਪੁਸ਼ਤੀਆਂ ਗੁਰਤਾ ਗੱਦੀ ਤੇਰੇ ਘਰ ਵਿਚਰੂ ਧੰਨ ਧੰਨ ਤੁਮ ਰਾਮਦਾਸ ਗੁਰੂ ਨਾਨਕ ਤਾਂ ਕੇ ਹਿਰਦੇ ਨਿਵਾਸ 7 ਬਜਨ ਹਮਰੇ ਤੁਮ ਮਾਨੇ ਸਪਤ ਗਰਿਆਈ ਦੀਨ ਮਹਾਨੇ। ਉਹ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਤੇ ਗੁਰੂ ਅਮਰਦਾਸ ਤਥਾ ਅਕਾਲ ਪੁਰਖ ਜਿਨ੍ਹਾਂ ਦੀ ਜੋਰ ਸਾਰੇ ਸਰੂਪਾਂ 'ਚ ਵਿਚਰੀ ਹੈ। ਵਿਸਾਰਨਾ ਕੁਝ ਨਹੀਂ ਦਾਸ ਕਹਿ ਸਕਿਆ ਸਮਾਂ 3-4 ਦਿਨ ਇਹਨਾਂ ਕਥਾਵਾਂ ਦੇ ਵਿੱਚ ਚਾਹੀਦਾ ਸੀ। ਫਿਰ ਇਤਿਹਾਸ ਤੋਂ ਆਪਾਂ ਜਾਣੂ ਹੋ ਸਕਦੇ ਹਾਂ।
ਇਸੇ ਕਰਕੇ ਦਿਹਾੜੇ ਮਨਾਏ ਜਾਂਦੇ। ਗਰੀਬ ਨਵਾਜ਼ ਸਾਹਿਬ ਦੀ ਹਾਜ਼ਰੀ ਪ੍ਰਵਾਨ ਕਰਨ, ਦਰੋਂ ਸਿੱਖੀ ਸਦਕ ਭਰੋਸਾ ਨਾਮ ਦੀ ਦਾਤ ਪ੍ਰਾਪਤ ਹੋਵੇ। ਰਸਨਾ ਸਫਲੀ ਕਰੋ, ਪਿਆਰ ਨਾ ਕਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਸੰਗਤਾਂ ਬੜਾ ਉਪਰਾਲਾ ਕੀਤਾ ਹੈ। ਜੋ ਸੰਗਤਾਂ ਰਲ ਮਿਲ ਕੇ ਸਾਂਝ ਪਾਠ ਕਰਦੀਆਂ ਹਨ। ਅੱਜ ਦਾ ਜੋ ਗੁਰਪੁਰਬ ਹੈ, ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਗੋਂਦਵਾਲ ਸਾਹਿਬ ਦੇ ਖੰਡੂਰ ਸਾਹਿਬ ਧਰਤੀ 'ਤੇ ਬੜੇ ਸ਼ਰਧਾ ਭਾਵਨਾ ਪੁਰਬ ਮਨਾਇਆ ਜਾ ਰਿਹਾ। ਹਜ਼ਾਰਾਂ ਸੰਗਤਾਂ ਅੱਜ ਉੱਥੇ ਪਹੁੰਚੀਆਂ ਹਨ, ਨਮਸਤਕ ਹੋ ਰਹੀਆਂ ਹਨ। ਉੱਥੇ ਜਾ ਕੇ ਇੱਥੇ ਸੰਗਤਾਂ ਉਪਰਾਲਾ ਕਰਕੇ ਸਾਰੇ ਪਾਠ ਦੇ ਭੋਗ ਪਾਏ ਹਨ। ਸਾਡੇ ਕੋਲ ਬੜੀ ਕਿਰਪਾ ਕੀਤੀ ਹੈ। ਅੱਜ ਜੋ ਫਿਰ ਸਾਰੇ ਪਾਠ ਆਰੰਭ ਕੀਤਾ ਗਿਆ ਹੈ, ਜੋ 84 ਦੇ ਵਿੱਚ ਇੰਦਰਾ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਕੇ ਅਕਾਲ ਤਖ਼ਤ ਨੂੰ ਢਹਿ ਢੇਰੀ ਕੀਤਾ ਸੀ, ਉਸ ਦੀ ਯਾਦ ਜਿਹੜੀ 6 ਜੂਨ ਨੂੰ ਮਨਾਈ ਜਾਂਦੀ ਹੈ। ਉਹਦੇ ਯਾਦ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਸਾਰੇ ਪਾਠ ਫਿਰ ਆਰੰਭ ਕੀਤੇ ਗਏ ਹਨ। 6 ਜੂਨ ਨੂੰ ਭੋਗ ਪੈਣਗੇ। ਉਹਦੇ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰਨੀ ਹਨ। ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਹੈ ਸਾਰੇ ਪਾਠ ਦੀ, ਭਾਈ ਕਰਤਾਰ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਭਾਈ ਕੁਲਵੰਤ ਸਿੰਘ ਜੀ, ਬੀਬੀ ਗੁਰਦੀਪ ਕੌਰ ਜੀ, ਬੀਬੀ ਅਰਸ਼ਦੀਪ ਕੌਰ ਜੀ, ਭੈਣ ਜੀ ਬਲਵਿੰਦਰ ਕੌਰ ਜੀ, ਭੈਣ ਜੀ ਸੁਖਦੇਵ ਕੌਰ ਜੀ, ਭੈਣ ਜੀ ਜਤਿੰਦਰ ਕੌਰ ਜੀ, ਬਾਬਾ ਬਲਵਿੰਦਰ ਸਿੰਘ ਜੀ, ਭਾਈ ਗੁਰਮੀਤ ਸਿੰਘ ਜੀ। तो सब तो पहले गुरु का वजीर बाबा बलविंदर सिंह जी को ਸਰੋਪਾ ਦਿੱਤਾ ਜਾਵੇ। ਕਿ ਉਹ ਤਾਂ ਮੇਰੇ ਭੈਣਾਂ ਪਾਸ ਬੇਨਤੀ ਆ, ਸਾਰੀਆਂ ਭੈਣਾਂ ਇੱਥੇ ਆ ਜਾਓ, ਸਾਰਿਆਂ ਨੂੰ ਸਰੋਪਾ ਦਿੱਤਾ ਜਾਵੇਗਾ। ਕਾਫੀ ਦਾ ਵੇਖੋ ਭੈਣ ਜੀ ਪਾਸ ਬੇਨਤੀ ਆਉਂਦੀ, ਕਿਰਪਾ ਕਰੋ ਭਾਈ ਕਲਵੰਤ ਸਿੰਘ ਜਾਓ ਤੁਸੀਂ ਵੀ। ਹਾਂਜੀ ਆਓ, ਜਿਨ੍ਹਾਂ ਨੇ ਪਾਠ ਕੀਤਾ ਉਹ ਆ ਜਾਓ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਹਲੇ ਵੇਖ ਸਤਿ ਸ੍ਰੀ ਅਕਾਲ। ਉਹ ਭੈਣ ਜੀ ਉਹ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਭਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਭਾਈ ਭੈਣ ਜੀ ਬਲਵਿੰਦਰ ਕੌਰ ਜੀ ਵੱਲੋਂ ਵੀ 200 ਦਬਲਾ ਜੀ ਚਾਹ ਦੀ ਸੇਵਾ ਕੀਤੀ, ਉਹਦੇ ਉਹਨਾਂ ਨੇ ਹਿੱਸਾ ਪਾਇਆ। ਕੱਲ ਕਿਰਪਾ ਕਰੇ ਪ੍ਰਾਣ ਨੂੰ ਚੜ੍ਹਦੀਆਂ ਕਲਾ ਬਖਸ਼ੇ। ਸਾਲ ਭਾਈ ਸਾਹਿਬ ਟੋਕੇ ਵਾਲਾ ਵੱਲੋਂ ਵੀ ਕੱਲ ਜੋ ਸੇਵਾ ਦਿੱਤੇ ਗਏ ਚਾਹ ਵਾਸਤੇ, ਸਾਨੂੰ ਕਿਰਪਾ ਕਰੇ ਪ੍ਰਾਣ ਨੂੰ ਚੜ੍ਹਦੀਆਂ ਕਲਾ ਬਖਸ਼ੇ। ਦੇਖ ਲਓ ਅਸੀਂ ਵੀ ਕਿਹਾ ਉਹ ਇੱਕ ਤੇਰੀ ਕੀ ਪ੍ਰੀਤਮ। ਭਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਭਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਤੋ ਸੰਗਤਾਂ ਦਾ ਬਹੁਤ ਬਹੁਤ ਮਾਲ ਹੈ। ਇਹ 6 ਜੂਨ ਨੂੰ ਭੋਗ ਪੈਣਗੇ। ਸਭ ਸੰਗਤਾਂ ਵੱਧ ਤੋਂ ਵੱਧ ਹਾਜ਼ਰ ਕਰਨ ਦੀ ਕਿਰਪਾ ਕਰਨੀ ਹੈ। तो सारे पाठों में कितने बेटियों पास बेनती है नंबर वाल आन के पाठ सेवा रोजाना करा करेंगे। वाहिगुरू जी का खालसा, वाहिगुरू जी की